एही तेरे कवन कवन गुण कह गावा। तू साहिब गुणी निदाना। तुमरी महिमा बरन न सकूं। तू ठाकुर ऊच भगवाना। तुमरी महिमा बरन न सकूं। तू ठाकुर ऊच भगवाना। सतनाम वाहिगुरु साहिब जियो। सोही महला चौथा। हर पहलड़ी लाव परविरती कर्म दिरड़ाया बलराम जियो। बाणी ब्रह्मा वेद धर्म दिरड़ो पाप तजाया बलराम जियो। हर पहलड़ी लाव परविरती कर्म दिरड़ाया बलराम जियो। बाणी ब्रह्मा वेद धर्म दिरड़ो पाप तजाया बलराम जियो। धर्म दिरड़ो हर नाम त्यावो। सिमरत नाम दिरड़ाया। सतगुर गुरपूरा आराधो। सब किल वेख पाप गवाया। सहज आनंद होआ वड भागी। मन हर हर मीठा लाया। जन कह नानक लाव पहली। आरंभ काज रचाया। सहज आनंद होआ वड भागी। मन हर हर मीठा लाया। जन कह नानक लाव पहली। आरंभ काज रचाया। वाहिगुरु जी का खालसा वाहिगुरु जी की फतेह। जुगो जुग अटल सतगुरु गुरगद्दी ते सुभाईमान दसां पातशाहियां दी जोत करीब नवाज सतगुरु साहिब श्री गुरु ग्रंथ साहिब जी महाराज जी दे पावन पवित्र मुबारक अमृतमयी हजूरी विखे जुड़ बैठी सन्मान और सत्कारयोग गुरु रूप साध संगत। सतगुरु सच्चे पातशाह जी ने रहमतां बख्शिशां कीतियां हन। संध्या वेले सानू अपनी पावन पवित्र हजूरी दी दात बख्शी है और गुरु के दरबार विखे जुड़ मिल बैठ ये घड़ियां आपां सफल बना रहे हाँ, सकारत बना रहे हाँ। गुरु घर दे कीर्तनियां पासों पावन बाणी इलाही अमृतमयी साची और तुरकी बाणी दे शब्द कीर्तन प्यार सत्कार सहित आप जी ने श्रवण कीते हन। उपरंत आओ गुरु कियां विचारां दी सांझ पाईए। साडे जीवन दा मुख अंग है आनंद संस्कार आनंद कारज जिहदे राहीं असीं गृहस्थ जीवन च प्रवेश करते हैं।
ਆਪਣੇ ਬੱਚੇ ਬੱਚੀਆਂ ਨੂੰ ਗ੍ਰਸਥ ਜੀਵਨ 'ਚ ਪ੍ਰਵੇਸ਼ ਕਰਵਾਉਂਦੇ ਹਾਂ, ਉਹਦੇ ਸੰਬੰਧੀ ਜੋ ਗੁਰਮਤਿ ਦੀ ਵਿਚਾਰਧਾਰਾ, ਸਿਧਾਂਤ, ਮਰਿਆਦਾ ਤੇ ਗੁਰੂ ਕੀ ਬਾਣੀ ਦੇ ਕੁਝ ਪਾਵਨ ਪਵਿੱਤਰ ਉਪਦੇਸ਼ ਹਨ, ਤਿੰਨਾਂ ਦੀ ਵਿਚਾਰ ਦੀ ਲੜੀ ਆਪਾਂ ਆਰੰਭ ਕੀਤੀ ਹੈ। ਸੋ ਆਓ ਉਹ ਗੁਰਮਤਿ ਵਿਚਾਰਾਂ ਦੀ ਲੜੀ ਨੂੰ ਅੱਗੇ ਜੋੜਨ ਤੋਂ ਪਹਿਲਾਂ, ਅਗਲੇਰੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਕਾਰਜ ਸਾਡੀ ਜ਼ਿੰਦਗੀ ਦਾ ਬਹੁਤ ਪ੍ਰਮੁੱਖ ਕਾਰਜ ਹੈ, ਔਰ ਇਸ ਕਾਰਜ ਦਾ ਜੋ ਕਾਰਨ ਹੈ ਉਹ ਹੈ ਕਿ ਸਾਡੀ ਜਿਹੜੀ ਅੰਦਰ ਦੀ ਅਵਸਥਾ ਹੈ ਜਾਂ ਬਾਹਰ ਦਾ ਜਿਹੜਾ ਜੀਵਨ ਹੈ ਉਹ ਆਨੰਦ ਤੱਕ ਪਹੁੰਚ ਜਾਏ। ਜ਼ਿੰਦਗੀ ਦੇ ਇਸ ਪੜਾਅ ਨੂੰ, ਇਸ ਮੋੜ ਨੂੰ ਵੱਖਰੇ ਵੱਖਰੇ ਧਰਮਾਂ ਅੰਦਰ, ਸੱਭਿਆਚਾਰਾਂ ਅੰਦਰ, ਦੇਸ਼ਾਂ ਅੰਦਰ ਵੱਖਰੇ ਵੱਖਰੇ ਨਾਮ ਦਿੱਤੇ ਗਏ ਨੇ। ਕੋਈ ਵਿਆਹ, ਕੋਈ ਨਿਕਾਹ, ਕੋਈ ਸ਼ਾਦੀ, ਕੋਈ ਮੈਰਿਜ ਕਹਿੰਦਾ ਹੈ, ਪਰ ਗੁਰਮਤਿ ਨੇ ਇਸ ਕਾਰਜ ਨੂੰ ਨਾਮ ਦਿੱਤਾ ਹੈ ਆਨੰਦ ਕਾਰਜ, ਆਨੰਦ ਦਾ ਕਾਰਜ। ਕਿਉਂਕਿ ਜੋ ਸਤਿਗੁਰੂ ਜੀ ਦਾ ਨਜ਼ਰੀਆ ਹੈ ਕਿ ਅਸੀਂ ਸੰਸਾਰੀ ਜੀਵਨ ਬਤੀਤ ਕਰਦਿਆਂ ਕਰਦਿਆਂ ਪਰਮੇਸ਼ਰ ਤੱਕ ਪਹੁੰਚ ਜਾਈਏ, ਸਾਡਾ ਸੰਸਾਰੀ ਜੀਵਨ ਹੀ ਨਿਰੰਕਾਰੀ ਜੀਵਨ ਹੋਏ। ਜਿਵੇਂ ਸਤਿਗੁਰੂ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ, ਨਾਲ ਕਿਹਾ ਤੂੰ ਕਿਰਤ ਕਰ, ਤੇਰੀ ਕਿਰਤ ਹੀ ਕੀਰਤੀ ਹੋਵੇ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਤੇਰੀ ਕਿਰਤ ਕੀਰਤੀ ਬਣ ਜਾਏ। ਤੂੰ ਕਿਰਤ ਕਰਦਿਆਂ ਕਰਦਿਆਂ ਮਾਲਕ ਨੂੰ ਧਿਆਉਂਦਿਆਂ ਧਿਆਉਂਦਿਆਂ ਤੇ ਜੀਵਨ ਸਫਲ ਬਣਾ ਲਵੇਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੀਵਨ ਦਾ ਸਾਡਾ ਇਹ ਜਿਹੜਾ ਕਾਰਜ ਹੈ ਉਹ ਕਾਰਜ ਵੀ ਐਸਾ ਅਤ ਉੱਤਮ ਕਾਰਜ ਬਣ ਜਾਏ ਕਿ ਸਾਡਾ ਜੀਵਨ ਆਨੰਦ ਦੀ ਅਵਸਥਾ ਤੇ ਪਹੁੰਚ ਜਾਏ। ਘਰ ਪਰਿਵਾਰ, ਕਿਉਂਕਿ ਇੱਕ ਦਿਨ ਹੈ ਜਿਸ ਦਿਨ ਸਾਡਾ ਆਨੰਦ ਕਾਰਜ ਹੁੰਦਾ ਹੈ, ਜਿਹਨੂੰ ਆਪਾਂ ਵਿਆਹ ਦਾ ਦਿਨ ਵੀ ਕਹਿੰਦੇ ਹਾਂ, ਉਹ ਕੇਵਲ ਇੱਕ ਦਿਨ ਹੈ। ਉਦੋਂ ਬਾਅਦ ਬਾਕੀ ਸਾਰਾ ਨਿਰਵਾਹ ਦਾ ਜੀਵਨ ਹੈ, ਵਿਆਹ ਤੇ ਨਿਰਵਾਹ। ਆਨੰਦ ਕਾਰਜ ਵਾਲੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ 'ਚ ਸੁਭਾਗੀ ਜੋੜੀ ਲੜਕੀ ਲੜਕਾ ਬਹਿੰਦੇ ਹਨ, ਔਰ ਮਰਿਆਦਾ ਦੇ ਮੁਤਾਬਕ ਬੱਚਿਆਂ ਦਾ ਆਨੰਦ ਕਾਰਜ ਹੁੰਦਾ ਹੈ। 2 ਅਰਦਾਸਾਂ, 2 ਮੁੱਖ ਵਾਕ ਲਏ ਜਾਂਦੇ ਨੇ, 4 ਲਾਵਾਂ ਦਾ ਪਾਠ ਫਿਰ ਗੁਰੂ ਘਰ ਦੇ ਹਜ਼ੂਰੇ ਕੀਰਤਨੀਏ ਕੀਰਤਨ ਕਰਦੇ ਹਨ। ਅਸਲ ਦੇ ਵਿੱਚ ਉਹ ਆਨੰਦ ਕਾਰਜ ਦਾ ਜਿਹੜਾ ਸਮੁੱਚਾ ਸਮਾਗਮ ਹੁੰਦਾ ਹੈ ਉਹ ਸੁਭਾਗੀ ਜੋੜੀ ਦੀ ਕਲਾਸ ਹੈ। ਸਾਰਾ ਉਹਨਾਂ ਦੇ ਲਈ ਇੱਕ ਲੈਸਨ ਹੈ, ਇੱਕ ਸੰਦੇਸ਼ ਹੈ, ਇੱਕ ਮੈਸੇਜ ਹੈ ਜੋ ਉਹਨਾਂ ਨੇ ਗੁਰੂ ਕੀ ਹਜ਼ੂਰੀ 'ਚੋਂ ਲੈ ਕੇ ਜਾਣਾ ਹੈ। ਫਿਰ ਉਹ ਉਸ ਦਿਨ ਜੋ ਉਹਨਾਂ ਨੇ ਮੈਸੇਜ ਲਿਆ ਹੈ ਉਹਨੂੰ ਅੱਗੇ ਆਪਣੇ ਜੀਵਨ ਦੇ ਅੰਦਰ ਉਹਦੇ ਮੁਤਾਬਕ ਨਿਰਵਾਹ ਕਰਨਾ ਹੈ। ਖੈਰ, ਹੁਣ ਵੇਖੋ ਇਹ ਕਾਰਜ ਦੀ ਆਰੰਭਤਾ ਜਿੱਥੋਂ ਹੁੰਦੀ ਹੈ। ਵੈਸੇ ਸਾਡੀ ਜ਼ਿੰਦਗੀ ਦਾ, ਸਿੱਖ ਦੇ ਜੀਵਨ ਦਾ ਕੋਈ ਵੀ ਕਾਰਜ ਹੈ, ਆਪਾਂ ਕਾਰਜ ਦੀ ਆਰੰਭਤਾ ਕਿੱਥੋਂ ਕਰਨੀ ਹੈ? ਮਹਾਰਾਜ ਕਹਿੰਦੇ ਅਰਦਾਸ ਤੋਂ। ਅਰਦਾਸ ਤੋਂ ਬਿਨਾਂ ਕੋਈ ਕੰਮ ਸਿੱਖ ਨੇ ਨਹੀਂ ਕਰਨਾ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਅਰਦਾਸ ਬਿਨਾਂ ਜੋ ਕਾਜ ਸਿਧਾਵੈ, ਕਹੈ ਗੋਬਿੰਦ ਸਿੰਘ ਉਹ ਸਿੰਘ ਨਾ ਪਾਵੈ। ਅਰਦਾਸ ਤੋਂ ਇਸ ਕਾਰਜ ਦੀ ਆਰੰਭਤਾ ਹੋਣੀ ਹੈ। ਹਾਲਾਂਕਿ ਜਦੋਂ ਅਸੀਂ ਆਪਣੀ ਮਰਿਆਦਾ ਨੂੰ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ, ਇੱਕ ਤੇ ਹੈ ਆਨੰਦ ਕਾਰਜ, ਜਾਂ ਫਿਰ ਇੱਕ ਸਤਿਗੁਰੂ ਜੀ ਦਾ ਬਚਨ ਹੈ ਕੁੜਮਾਈ ਦੇ ਬਾਰੇ ਵੀ। ਕੁੜਮਾਈ ਬਾਰੇ ਵੀ ਇੱਕ ਸ਼ਬਦ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਕਿਸੇ ਤਰ੍ਹਾਂ ਦੀ ਰਸਮ ਦੀ ਗੱਲ ਸਾਡੀ ਮਰਿਆਦਾ 'ਚ ਵੀ ਨਹੀਂ ਕੀਤੀ ਗਈ ਹੈ। ਬਾਣੀ 'ਚ, ਮਰਿਆਦਾ 'ਚ ਵੀ ਇਹ ਗੱਲ ਲਿਖੀ ਗਈ ਹੈ ਕਿ ਜੇ ਕੁੜਮਾਈ ਦੀ ਰਸਮ ਕਰਨੀ ਹੈ
ਤੇ ਬਹੁਤ ਸਧਾਰਨ ਲੜਕੇ ਦੀ ਝੋਲੀ 'ਚ ਕੁਝ ਮਿੱਠਾ ਪਾ ਦੇਵੋ, ਬਾਣੀ ਦਾ ਗੁਟਕਾ ਜਾਂ ਕਕਾਰ ਆਦਿਕ, ਇਦੋਂ ਵੱਧ ਕੋਈ ਹੋਰ ਲੋਕ ਵਿਖਾਵਾ ਨਹੀਂ। ਪਰ ਅੱਜ ਜਦੋਂ ਅਸੀਂ ਵੇਖੀਏ ਸਾਡੇ ਘਰਾਂ 'ਚ ਅਕਸਰ ਕਾਰਜ ਹੁੰਦੇ ਹਨ ਤੇ ਪਤਾ ਨਹੀਂ ਕਾਰਜ ਕਿੰਨੇ ਅਸੀਂ ਵਧਾ ਲਏ ਹਨ। ਰੋਕਾ ਠਾਕਾ, ਸ਼ਗਨ, ਮਹਿੰਦੀ ਦੀ ਰਸਮ, ਉਦੋਂ ਬਾਅਦ ਫਿਰ ਵਿਆਹ ਵਾਲਾ ਦਿਨ, ਆਨੰਦ ਕਾਰਜ ਵਾਲਾ ਦਿਨ ਹੁੰਦਾ, ਉਦੋਂ ਬਾਅਦ ਫਿਰ ਪਾਰਟੀਆਂ ਪਤਾ ਨਹੀਂ ਕਿੰਨੇ ਕਿੰਨੇ ਦਿਨ ਚੱਲਦੀਆਂ ਰਹਿੰਦੀਆਂ ਹਨ। ਇਹ ਬਾਹਰ ਦੇ ਜਿਹੜੇ ਵਿਖਾਵੇ ਨੇ, ਇਹਨੂੰ ਸਤਿਗੁਰੂ ਨੇ, ਗੁਰਮਤਿ ਨੇ ਕਬੂਲ ਨਹੀਂ ਕੀਤਾ ਹੈ। ਮਹਾਰਾਜ ਕਹਿੰਦੇ ਸਿੱਖ ਦਾ ਜੀਵਨ ਬੜਾ ਸਾਦਾ, ਬੜਾ ਸੰਜਮੀ ਜੀਵਨ ਹੋਣਾ ਚਾਹੀਦਾ ਹੈ। ਬਾਹਰ ਦੇ ਵਿਖਾਵਿਆਂ ਦੇ ਵਿੱਚ ਗੁਰੂ ਕੇ ਸਿੱਖ ਨੇ ਨਹੀਂ ਪੈਣਾ ਹੈ। ਔਰ ਜਿਹੜੀ ਗੱਲ ਆਪਾਂ ਅਕਸਰ ਕਰਦੇ ਹਾਂ ਕਿ ਸਾਡੇ ਸਮਾਜ ਅੰਦਰ ਆਤਮ ਹੱਤਿਆ ਜਿਹੜੀਆਂ ਹੁੰਦੀਆਂ ਹਨ, ਉਹ ਬਹੁਤਾ ਕਾਰਨ ਇੱਕ ਇਹ ਵੀ ਹੈ ਕਿ ਵੇਖਾ ਵੇਖੀ ਵਿਖਾਵਾ ਕਰਨਾ ਹੈ। ਜੇ ਦੂਜੇ ਦੇ ਵਿਆਹ ਦੇ ਫੰਕਸ਼ਨ 4 ਦਿਨ ਚੱਲੇ ਨੇ ਤੇ ਮੇਰੇ ਵਾਲੇ ਦੇ 5 ਦਿਨ 6 ਦਿਨ ਚੱਲਣੇ ਚਾਹੀਦੇ ਹਨ। ਜੇ ਉਹਨੇ ਇੰਨਾ ਕੁਝ ਦਿੱਤਾ ਹੈ ਮੈਂ ਉਦੋਂ ਵੱਧ ਕੇ ਦੇਣਾ ਹੈ। ਤੇ ਇਹ ਬਾਹਰ ਦੀ ਬੱਲੇ ਬੱਲੇ ਦੇ ਚੱਕਰਾਂ ਦੇ ਵਿੱਚ ਬੰਦਾ ਕਰਜ਼ਾਈ ਹੋ ਜਾਂਦਾ ਤੇ ਫਿਰ ਕਰਜ਼ਾ ਲੱਥਦਾ ਕੋਈ ਨਹੀਂ ਹੈ ਤੇ ਜ਼ਿੰਦਗੀ ਜੰਜਾਲ ਬਣਦੀ ਹੈ। ਫਿਰ ਬੰਦਾ ਉਹ ਚਾਹੁੰਦਾ ਮੈਂ ਇਸ ਜ਼ਿੰਦਗੀ ਤੋਂ ਮੁਕਤੀ ਪ੍ਰਾਪਤ ਕਰ ਲਵਾਂ। ਤੇ ਮਹਾਰਾਜ ਕਹਿੰਦੇ ਜੇ ਤੂੰ ਪਹਿਲਾਂ ਹੀ ਸਮਝਦਾਰੀ ਦੇ ਨਾਲ ਚੱਲਿਆ ਹੁੰਦਾ, ਆਪਣੀ ਔਕਾਤ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਕੀਤੇ ਹੁੰਦੇ ਤੇ ਫਿਰ ਅੱਜ ਤੈਨੂੰ ਇਹ ਦਿਨ ਨਾ ਵੇਖਣਾ ਪੈਂਦਾ। ਇਸ ਕਰਕੇ ਹਜੂਰ ਕਹਿੰਦੇ ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲੈ ਸਜਾਏ, ਜਾਂ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਏ। ਸਿੱਖ ਨੇ ਬਸ ਗੁਰੂ ਚਰਨਾਂ 'ਚ ਆਉਣਾ ਹੈ, ਅਰਦਾਸ ਬੇਨਤੀ ਕਰਕੇ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਕਾਰਜ ਆਰੰਭ ਦੇਣੇ ਹਨ। ਅਰਦਾਸ ਅਤਿਅੰਤ ਜ਼ਰੂਰੀ ਹੈ। ਔਰ ਅਕਸਰ ਜਦੋਂ ਆਪਾਂ ਲੜਕੀ ਲੜਕਾ ਆਪਣੇ ਧੀ ਦੇ ਲਈ, ਆਪਣੇ ਪੁੱਤਰ ਦੇ ਲਈ ਕੋਈ ਯੋਗ ਵਰ ਯੋਗ ਕੰਨਿਆ ਅਸੀਂ ਲੱਭ ਲਈ, ਉੱਥੇ ਗੁਰੂ ਅੱਗੇ ਅਰਦਾਸ ਕਰ ਦਵੋ, ਹੋਰ ਉਦੋਂ ਵੱਧ ਕੋਈ ਰਸਮ ਦੀ ਜ਼ਰੂਰਤ ਨਹੀਂ ਹੈ। ਉਦੋਂ ਬਾਅਦ ਵਿਆਹ ਦਾ ਦਿਨ ਹੁਣ ਮੁਕਰਰ ਕਰਨਾ ਹੈ। ਵਿਆਹ ਦਾ ਦਿਨ ਮੁਕਰਰ ਕਰਨ ਵਕਤ ਕਿਸੇ ਤਰ੍ਹਾਂ ਦੇ ਕੋਈ ਚੰਗੇ ਮਾੜੇ ਦਿਨ ਦੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ, ਕਿਉਂਕਿ ਸਾਡੀ ਮਰਿਆਦਾ ਸਾਨੂੰ ਕਹਿੰਦੀ ਹੈ ਕਿ ਸਾਰੇ ਹੀ ਦਿਨ ਇੱਕੋ ਜਿਹੇ ਹਨ। ਸਾਡੇ ਗੁਰੂ ਕੀ ਬਾਣੀ ਦਾ ਸਿਧਾਂਤ ਇਹ ਹੈ ਕਿ ਸਿੱਖ ਦੇ ਲਈ ਸਾਰੇ ਦਿਨ ਇੱਕੋ ਜਿਹੇ ਹਨ। ਜਿਹੜੇ ਦਿਨਾਂ ਵਾਰਾਂ ਗ੍ਰਹਿਾਂ ਨਛੱਤਰਾਂ ਇਹਨਾਂ ਵਿਚਾਰਾਂ ਦੇ ਵਿੱਚ ਫਸਦੇ ਨੇ, ਮਹਾਰਾਜ ਉਹਨਾਂ ਨੂੰ ਆਪਣੇ ਸਿੱਖ ਹੀ ਨਹੀਂ ਮੰਨਦੇ। ਸਾਹਿਬ ਕਹਿੰਦੇ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਬਸ 2 ਗੱਲਾਂ ਬਾਣੀ ਨੇ ਕਹੀਆਂ ਨੇ, ਜੇ ਰੱਬ ਚੇਤੇ ਆ ਤੇ ਦਿਨ ਭਲਾ ਹੈ, ਜੇ ਰੱਬ ਚੇਤੇ ਨਹੀਂ ਆ ਤੇ ਦਿਨ ਮਾੜਾ ਹੈ। ਬਾਹਰੋਂ ਦਿਨ ਜਿਹੜਾ ਮਰਜ਼ੀ ਹੋਵੇ, ਭਾਵੇਂ ਕੋਈ ਕਿਸੇ ਪੁਰਬ ਦਾ ਦਿਨ ਵੀ ਕਿਉਂ ਨਾ ਹੋਵੇ, ਜਿਹੜੇ ਬੰਦੇ ਨੂੰ ਗੁਰਪੁਰਬ ਵਾਲੇ ਦਿਨ ਵੀ ਨਾ ਗੁਰੂ ਚੇਤੇ ਨਾ ਰੱਬ ਚੇਤੇ, ਉਹਦੇ ਲਈ ਉਹ ਦਿਨ ਵੀ ਫਿਟਕਾਰਯੋਗ ਹੈ। ਤੇ ਜਿਹਨੂੰ ਰੱਬ ਚੇਤੇ ਹੈ, ਜਿਹਨੂੰ ਮਾਲਕ ਚੇਤੇ ਹੈ, ਉਹਦੇ ਲਈ ਤੇ ਹਰ ਘੜੀ ਸੁਹਾਵਣੀ ਤੇ ਹਰ ਘੜੀ ਸਫਲੀ ਹੈ। ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਉਪਦੇਸ਼ ਹੈ ਕਿ ਸਿੱਖ ਅਨਿਨ ਪੰਡਿਤ ਦਿਖ ਐਸੇ, ਗ੍ਰਹਿ ਥਿਤ ਵਾਰ ਨਾ ਮਾਨਤ ਕੈਸੇ, ਏਕ ਭਰੋਸਾ ਪ੍ਰਭ ਕਾ ਪਾਏ, ਤਿਆਗ ਲਗਨ ਅਰਦਾਸ ਕਰਾਏ। ਉਹ ਸਾਖੀ ਆਪ ਜੀ ਦੇ ਨਾਲ ਪਹਿਲਾਂ ਵੀ ਮੈਂ ਸਾਂਝੀ ਕੀਤੀ ਹੈ ਕਿ ਪੰਡਿਤ ਕਹਿਣ ਲੱਗਾ ਜੀ ਤੁਹਾਡੇ ਸਿੱਖਾਂ ਨੂੰ ਮੈਂ ਕਥਾ ਕਰਕੇ ਸੁਣਾਉਣੀ ਹੈ। ਤੇ ਹਾਲਾਂਕਿ ਗੁਰੂ ਘਰ ਦੀ ਮਰਿਆਦਾ ਹੈ, ਇੱਥੇ ਕਥਾ ਇੱਕ ਤੇ ਗੁਰੂ ਕੇ ਦਰਬਾਰ 'ਚ ਸਿੱਖ ਹੀ ਕਥਾ ਕਰ ਸਕਦਾ ਹੈ, ਸਿੱਖ ਹੀ ਕੀਰਤਨ ਕਰ ਸਕਦਾ ਹੈ ਗੁਰੂ ਕੀ ਹਜ਼ੂਰੀ 'ਚ, ਕਿਉਂਕਿ ਗੁਰਮਤਿ ਦਾ ਉਪਦੇਸ਼ ਆਪਾਂ ਸਿੱਖ ਸੰਗਤ ਨੂੰ ਦ੍ਰਿੜ ਕਰਵਾਉਣਾ ਹੈ। ਤੇ ਜਿਹੜਾ ਆਪ ਹੀ ਸਿੱਖ ਨਹੀਂ ਹੈ ਉਹਨੇ ਫਿਰ ਦੂਜੇ ਨੂੰ ਕੀ ਉਪਦੇਸ਼ ਦ੍ਰਿੜ ਕਰਾਉਣਾ, ਜਿਹਨੇ ਆਪ ਹੀ ਅਜੇ ਅੰਮ੍ਰਿਤ ਦੀ ਦਾਤ ਨਹੀਂ ਲਈ ਹੈ। ਦੂਜੇ ਨੰਬਰ ਤੇ ਗੁਰੂ ਘਰ ਵਿਖੇ ਜਿਹੜੀ ਕੀਰਤਨ ਦੀ ਦਾਤ ਹੈ, ਸਾਡੀ ਮਰਿਆਦਾ ਕਹਿੰਦੀ ਹੈ ਕਿ ਗੁਰੂ ਦਰਬਾਰ 'ਚ ਕੇਵਲ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਕੀਰਤਨ ਹੋ ਸਕਦਾ ਹੈ। ਉਹਦੇ ਤੋਂ ਬਿਨਾਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ, ਇਹ 2 ਸਾਡੇ ਪੰਥ ਦੇ ਪ੍ਰਮਾਣਿਕ ਵਿਦਵਾਨ ਹਨ, ਜਿਨ੍ਹਾਂ ਦਾ ਗੁਰੂ ਦਰਬਾਰ ਦੇ ਵਿੱਚ ਕੀਰਤਨ ਕਰਨ ਦੀ ਮਰਿਆਦਾ ਸਾਨੂੰ ਆਗਿਆ ਦਿੰਦੀ ਹੈ। ਹਾਲਾਂਕਿ ਪੁਰਾਤਨ ਸਾਡੇ ਕਈ ਗ੍ਰੰਥ ਕਵਿਤਾ ਰੂਪ ਦੇ ਵਿੱਚ ਹਨ,
ਕਈ ਗੁਰੂ ਘਰ ਦੇ ਕਵੀਆਂ ਵੱਲੋਂ ਕਵਿਤਾਵਾਂ ਦੇ ਗ੍ਰੰਥ ਲਿਖੇ ਗਏ ਹਨ, ਪਰ ਉਹਨਾਂ ਦੀ ਰਚਨਾ ਨੂੰ ਬਾਣੀ ਕੀਰਤਨ ਰੂਪ ਦੇ ਵਿੱਚ ਗਾਉਣ ਦੀ ਗੁਰੂ ਘਰ ਵਿਖੇ ਖੁੱਲ੍ਹ ਨਹੀਂ ਹੈ। ਕੇਵਲ ਗੁਰੂ ਕੀ ਬਾਣੀ ਜਾਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਦੀ ਰਚਨਾ ਦਾ ਕੀਰਤਨ ਹੋ ਸਕਦਾ ਹੈ। ਇਸੇ ਤਰ੍ਹਾਂ ਕਥਾ ਕੇਵਲ ਗੁਰੂ ਕੀ ਬਾਣੀ ਦੀ ਹੋ ਸਕਦੀ ਹੈ, ਗੁਰੂ ਕੇ ਇਤਿਹਾਸ ਦੀ ਹੋ ਸਕਦੀ ਹੈ। ਹਾਂ, ਨਾਲ ਮਰਿਆਦਾ 'ਚ ਇਹ ਲਿਖਿਆ ਕਿ ਤੁਸੀਂ ਕਿਸੇ ਅਨਮਤੀ ਧਰਮ ਗ੍ਰੰਥ ਦਾ ਕੋਈ ਚੰਗਾ ਪ੍ਰਮਾਣ ਤਾਂ ਦੇ ਸਕਦੇ ਹੋ, ਪਰ ਜੇ ਕਹੀਏ ਕਿ ਕਿਸੇ ਦੂਜੇ ਧਰਮ ਦੇ ਗ੍ਰੰਥ ਦੀ ਕਥਾ ਇੱਥੇ ਸ਼ੁਰੂ ਕਰ ਦਿੱਤੀ ਜਾਏ, ਉਹ ਸਾਡੀ ਮਰਿਆਦਾ ਨਹੀਂ ਕਹਿੰਦੀ ਹੈ। ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਕੀ ਹੋਇਆ, ਪੰਡਤ ਆਇਆ, ਕਹਿਣ ਲੱਗਾ ਜੀ ਮੈਂ ਤੁਹਾਡੇ ਸਿੱਖਾਂ ਨੂੰ ਵੇਖਿਆ ਹੈ, ਇਹਨਾਂ ਨੂੰ ਤੇ ਪਤਾ ਹੀ ਕੁਝ ਨਹੀਂ ਹੈ, ਮੈਂ ਇਹਨਾਂ ਨੂੰ ਕਥਾ ਕਰਕੇ ਸੁਣਾਉਣੀ ਚਾਹੁੰਦਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਮਹਾਰਾਜ ਕਹਿਣ ਲੱਗੇ ਫਿਰ ਸਵੇਰੇ ਕਥਾ ਸ਼ੁਰੂ ਕਰ ਲਵੋ। ਇਹ ਕਹਿਣ ਲੱਗਾ ਜੀ ਅਜੇ ਸਵੇਰੇ ਕਥਾ ਨਹੀਂ ਆਰੰਭੀ ਜਾ ਸਕਦੀ, 2-4 ਦਿਨ 10 ਦਿਨ ਲੱਗਣਗੇ, ਫਿਰ ਮੈਂ ਕਥਾ ਕਰਾਂਗਾ। ਹਜੂਰ ਕਹਿਣ ਲੱਗੇ ਕਾਰਨ? ਇਹ ਕਹਿਣ ਲੱਗਾ ਜੀ ਕਾਰਨ ਇਹ ਹੈ ਕਿ ਜਿਨ੍ਹਾਂ ਪੋਥੀਆਂ ਗ੍ਰੰਥਾਂ ਦੀ ਕਥਾ ਕਰਨੀ ਹੈ, ਉਹ ਪੋਥੀਆਂ ਉਹ ਗ੍ਰੰਥ ਬਨਾਰਸ ਪਏ ਨੇ, ਮੈਂ ਆਪਣੇ ਪੁੱਤਰ ਨੂੰ ਬਨਾਰਸ ਭੇਜਾਂਗਾ, ਉਹ ਪੋਥੀਆਂ ਗ੍ਰੰਥ ਉੱਥੋਂ ਲਿਆਵੇਗਾ, ਉਦੋਂ ਬਾਅਦ ਮੈਂ ਕਥਾ ਕਰਕੇ ਸਿੱਖਾਂ ਨੂੰ ਸੁਣਾਵਾਂਗਾ। ਤੇ ਮਹਾਰਾਜ ਕਹਿਣ ਲੱਗੇ ਫਿਰ ਸਵੇਰੇ ਭੇਜੋ ਪੁੱਤਰ ਨੂੰ, ਦੇਰੀ ਕਾਹਦੀ, ਕੱਲ ਜਾਵੇ, 2-4 ਦਿਨਾਂ 'ਚ ਗ੍ਰੰਥ ਪੋਥੀਆਂ ਲੈ ਕੇ ਪਰਤ ਆਵੇ, ਫਿਰ ਕਥਾ ਕਰ ਦਿਓ। ਇਹ ਕਹਿਣ ਲੱਗਾ ਜੀ ਨਹੀਂ ਅਜੇ ਕੱਲ ਨਹੀਂ ਭੇਜਿਆ ਜਾ ਸਕਦਾ, ਪਹਿਲਾਂ ਮੈਂ ਸ਼ੁਭ ਮਹੂਰਤ ਕੱਢਾਂਗਾ, ਸ਼ੁਭ ਸਮਾਂ ਵੇਖਾਂਗਾ ਕਿ ਬੱਚੇ ਦੇ ਸਫ਼ਰ ਦੇ ਲਈ ਸਮਾਂ ਕਿਹੜਾ ਸ਼ੁਭ ਹੈ, ਉਦੋਂ ਬਾਅਦ ਫਿਰ ਪਾਠ ਪੂਜਾ ਕਰਕੇ ਫਿਰ ਮੈਂ ਬੱਚੇ ਨੂੰ ਭੇਜਾਂਗਾ ਤਾਂ ਕਿ ਰਸਤੇ 'ਚ ਕੋਈ ਵਿਘਨ ਨਾ ਪਵੇ, ਕੋਈ ਰੁਕਾਵਟ ਨਾ ਪਵੇ, ਕਿਉਂਕਿ ਇਹ ਲੋਕ ਇੱਦਾਂ ਦੇ ਬੜੇ ਵਹਿਮ ਭਰਮ ਕਰਦੇ ਸਨ। ਮਹਾਰਾਜ ਨੇ ਅਜੇ ਕਿਹਾ ਕੁਝ ਨਾ, ਸਤਿਗੁਰੂ ਕਹਿਣ ਲੱਗੇ ਤੁਸੀਂ ਜਿਵੇਂ ਕਰਨਾ ਹੈ ਕਰੋ। ਇਹਨੇ ਫਿਰ ਜੋ ਇਹਨਾਂ ਦਾ ਕੋਈ ਵਿਧਾਨ ਸੀ ਉਹਦੇ ਮੁਤਾਬਕ ਉਹ ਸ਼ੁਭ ਸਮਾਂ ਵੇਖਿਆ, ਉਸ ਸ਼ੁਭ ਸਮੇਂ ਮੁਤਾਬਕ ਪੁੱਤਰ ਨੂੰ ਬਨਾਰਸ ਪੋਥੀਆਂ ਲੈਣ ਜਾਣ ਦੇ ਲਈ ਤਿਆਰ ਕੀਤਾ, ਪੂਜਾ ਪਾਠ ਕੀਤਾ, ਨਾਰੀਅਲ ਭੰਨਿਆ, ਫਿਰ ਇਹਨੇ ਪੁੱਤਰ ਦੇ ਮੱਥੇ ਤੇ ਲਾਇਆ ਤਿਲਕ ਤੇ ਉਹਨੂੰ ਕਿਹਾ ਕਿ ਜਾ ਹੁਣ ਬਨਾਰਸ ਤੋਂ ਪੋਥੀਆਂ ਲਿਆ। ਹੁਣ ਜਦੋਂ ਇਹਦਾ ਪੁੱਤਰ ਉੱਥੋਂ ਚੱਲਿਆ ਹੈ, ਅਜੇ ਕੁਝ ਦੂਰੀ ਤੇ ਪਹੁੰਚਿਆ ਤੇ ਅੱਗੋਂ ਇੱਕ ਗਧਾ ਹਿਣਕ ਪਿਆ। ਹੁਣ ਜਦੋਂ ਗਧਾ ਹਿਣਕਿਆ ਤੇ ਇਹਨੇ ਪੁੱਤਰ ਨੂੰ ਆਵਾਜ਼ ਮਾਰ ਲਈ ਕਿ ਵਾਪਸ ਪਰਤਿਆ, ਅਪਸ਼ਗਨ ਹੋ ਗਿਆ, ਬਦ ਸ਼ਗਨ ਹੋ ਗਿਆ ਹੈ, ਹੁਣ ਨਹੀਂ ਜਾਣਾ ਹੈ, ਦੁਬਾਰਾ ਫਿਰ ਸ਼ੁਭ ਮਹੂਰਤ ਵੇਖ ਕੇ ਫਿਰ ਮੈਂ ਤੈਨੂੰ ਤੋਰਾਂਗਾ। ਹੁਣ ਇਸ ਗੱਲ ਦਾ ਪਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਲੱਗਿਆ ਕਿ ਪੰਡਤ ਨੇ ਤੇ ਪੁੱਤਰ ਨੂੰ ਭੇਜਿਆ ਹੀ ਨਹੀਂ ਹੈ, ਪੂਜਾ ਪਾਠ ਕਰਕੇ ਵੀ ਨਹੀਂ ਭੇਜਿਆ, ਸ਼ੁਭ ਮਹੂਰਤ ਕੱਢ ਕੇ ਵੀ ਨਹੀਂ ਭੇਜਿਆ, ਤੇ ਹਜੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਤ ਜੀ ਪੁੱਤਰ ਨੂੰ ਪੋਥੀਆਂ ਲੈਣ ਕਿਉਂ ਨਹੀਂ ਭੇਜਿਆ? ਇਹ ਕਹਿਣ ਲੱਗਾ ਜੀ ਪੂਜਾ ਪਾਠ ਤੇ ਕਰ ਲਿਆ ਸੀ, ਸਾਰਾ ਕੁਝ ਹੋ ਗਿਆ ਸੀ, ਪਰ ਜਿਵੇਂ ਮੈਂ ਪੁੱਤਰ ਨੂੰ ਤੋਰਿਆ ਫਿਰ ਅੱਗੇ ਇੱਕ ਗਧਾ ਹਿਣਕ ਪਿਆ, ਬਦਸ਼ਗਨ ਹੋ ਗਿਆ, ਜਿਸ ਕਰਕੇ ਮੈਂ ਪੁੱਤਰ ਨੂੰ ਵਾਪਸ ਸੱਦ ਲਿਆ ਹੈ। ਹੁਣ ਦੁਬਾਰਾ ਸ਼ੁਭ ਮਹੂਰਤ ਕੱਢ ਕੇ ਪੂਜਾ ਪਾਠ ਕਰਕੇ ਫਿਰ ਮੈਂ ਪੁੱਤਰ ਨੂੰ ਤੋਰਾਂਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਗੱਲ ਤੇ ਇਹ ਕਹਿਣ ਲੱਗੇ ਕਿ ਜੇ ਅਗਲੀ ਵਾਰੀ ਫੇਰ ਗਧਾ ਹਿਣਕ ਪਿਆ ਤੇ ਇਹਦਾ ਮਤਲਬ ਤੁਸੀਂ ਫੇਰ ਪੁੱਤਰ ਨੂੰ ਵਾਪਸ ਸੱਦ ਲਵੋਗੇ, ਫੇਰ ਸ਼ੁਭ ਮਹੂਰਤ ਕੱਢੋਗੇ, ਫੇਰ ਤੋਰਿਆ, ਫੇਰ ਗਧਾ ਹਿਣਕ ਪਿਆ, ਫੇਰ ਵਾਪਸ। ਪੰਡਤ ਜੀ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਗਧੇ ਦੇ ਹਿਣਕਣ ਤੇ ਜ਼ਿਆਦਾ ਭਰੋਸਾ ਹੈ ਕਿ ਤੁਹਾਨੂੰ ਆਪਣੇ ਵੱਲੋਂ ਕੱਢੇ ਸ਼ੁਭ ਮਹੂਰਤ ਤੇ ਕੀਤੀ ਹੋਈ ਪੂਜਾ ਪਾਠ ਤੇ ਜ਼ਿਆਦਾ ਭਰੋਸਾ ਹੈ? ਤੁਹਾਨੂੰ ਭਰੋਸਾ ਕਿਹਦੇ ਤੇ ਜ਼ਿਆਦਾ ਹੈ? ਤੇ ਸਤਿਗੁਰੂ ਕਹਿਣ ਲੱਗੇ ਸੱਚ ਇਹ ਹੈ ਕਿ ਤੁਹਾਨੂੰ ਆਪਣੇ ਧਰਮ ਗ੍ਰੰਥਾਂ ਦੇ ਪੜ੍ਹੇ ਮੰਤਰਾਂ ਤੇ ਕੋਈ ਭਰੋਸਾ ਨਹੀਂ ਹੈ, ਕੱਢੇ ਸ਼ੁਭ ਮਹੂਰਤ ਤੇ ਕੋਈ ਭਰੋਸਾ ਨਹੀਂ ਹੈ, ਤੁਹਾਡਾ ਭਰੋਸਾ ਤੇ ਇੱਕ ਗਧੇ ਤੇ ਅਟਕਿਆ ਹੋਇਆ ਹੈ। ਤੇ ਜਿੱਦਾਂ ਦੇ ਵਹਿਮਾਂ ਭਰਮਾਂ 'ਚ ਤੁਸੀਂ ਪਏ ਜੇ, ਕੱਲ ਨੂੰ ਇਹ ਕਥਾ ਕਰਕੇ ਸਾਡੇ ਸਿੱਖਾਂ ਨੂੰ ਵੀ ਇੱਦਾਂ ਦੇ ਵਹਿਮਾਂ ਭਰਮਾਂ 'ਚ ਪਾਵੋਗੇ। ਨਹੀਂ ਚਾਹੀਦੀ ਤੁਹਾਡੀ ਕਥਾ ਤੇ ਨਹੀਂ ਚਾਹੀਦੇ ਤੁਹਾਡੇ ਧਰਮ ਗ੍ਰੰਥ, ਸਾਨੂੰ ਨਹੀਂ ਚਾਹੀਦਾ ਇੱਦਾਂ ਦਾ
ਵਹਿਮਾਂ ਭਰਮਾਂ 'ਚ ਫੈਲਾਉਣ ਵਾਲਾ ਕੋਈ ਵਿਚਾਰ ਜਿਹਦੇ ਰਾਹੀਂ ਬੰਦਾ ਉਲਝਿਆ ਹੀ ਰਵੇ। ਫਿਰ ਉੱਥੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਹੁਣ ਇਹ ਚੀਜ਼ ਤੇ ਤੁਸੀਂ ਰੱਦ ਕਰ ਦਿੱਤੀ, ਤੇ ਜੇ ਸਿੱਖ ਨੇ ਆਪਣੇ ਘਰ ਕੋਈ ਕਾਰਜ ਕਰਨਾ ਹੈ, ਫਿਰ ਸਿੱਖ ਕਿਹੜਾ ਸਮਾਂ ਵੇਖੇ ਕਿ ਕਿਹੜੇ ਸਮੇਂ ਕੰਮ ਕਰਨਾ ਚਾਹੀਦਾ ਹੈ। ਸਿੱਖ ਕੀ ਕਰੇ ਉਸ ਵਕਤ ਜਦੋਂ ਸਿੱਖ ਨੇ ਘਰ 'ਚ ਕੋਈ ਕਾਰਜ ਕਰਨਾ, ਕੋਈ ਸਫ਼ਰ ਕਰਨਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵਿਹਾਰ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਵਕਤ ਇਹ ਬਚਨ ਕਹੇ ਸਨ ਕਿ ਸਿੱਖ ਅਨਿਨ ਪੰਡਿਤ ਦਿਖ ਐਸੇ ਗ੍ਰਹਿ ਥਿਤਵਾਰ ਨਾ ਮਾਨਤ ਕੈਸੇ, ਏਕ ਭਰੋਸਾ ਪ੍ਰਭ ਕਾ ਪਾਏ ਤਿਆਗ ਲਗਨ ਅਰਦਾਸ ਕਰਾਏ। ਗੁਰੂ ਕੇ ਸਿੱਖ ਨੇ ਬਸ ਅਰਦਾਸ ਬੇਨਤੀ ਕਰਨੀ ਹੈ ਭਰੋਸੇ ਦੇ ਨਾਲ ਗੁਰੂ ਅੱਗੇ। ਤੇ ਜਦੋਂ ਆਪਾਂ ਵੇਖੋ ਭਰੋਸੇ ਦੇ ਨਾਲ ਗੁਰੂ ਕੋਲ ਅਰਦਾਸ ਕਰਦੇ ਹਾਂ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਤੇ ਅੱਗੋਂ ਗੁਰੂ ਵੀ ਥਾਪੜਾ ਦੇ ਕੇ ਕਹਿੰਦੇ ਹਨ, ਥਿਰ ਕਰ ਬਹਿ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੈ ਕਾਜ ਸਵਾਰੇ। ਸਾਡਾ ਗੁਰੂ ਫਿਰ ਆਪ ਸਹਾਈ ਹੋ ਕੇ ਕਾਰਜ ਰਾਸ ਕਰਦਾ ਹੈ। ਇਸ ਕਰਕੇ ਪ੍ਰਥਮ ਆਪਾਂ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ ਜਦੋਂ ਆਪਾਂ ਧੀ ਪੁੱਤਰ ਦੇ ਵਿਆਹ ਦਾ ਦਿਨ, ਆਨੰਦ ਕਾਰਜ ਦਾ ਦਿਨ ਮੁਕਰਰ ਕਰਨਾ ਹੈ, ਆਪਾਂ ਕਿਸੇ ਪੰਡਤ ਦੇ ਕੋਲੋਂ ਜਾ ਕੇ ਨਹੀਂ ਪੁੱਛਣਾ ਜੀ ਦੱਸੋ ਕਿਹੜਾ ਦਿਨ ਚੰਗਾ ਹੈ ਕਿਹੜਾ ਦਿਨ ਮਾੜਾ ਹੈ। ਕਿਸੇ ਤਰ੍ਹਾਂ ਦੇ ਸ਼ਗਨ ਅਪਸ਼ਗਨ ਦੇ ਵਿੱਚ, ਚੰਗੇ ਮਾੜੇ ਦਿਨ ਦੇ ਵਿੱਚ ਨਹੀਂ ਪੈਣਾ। ਬਸ ਦੋਵੇਂ ਪਰਿਵਾਰ ਮਿਲ ਕੇ ਬੈਠੋ ਤੇ ਜਿਹੜਾ ਦਿਨ ਦੋਵਾਂ ਪਰਿਵਾਰਾਂ ਨੂੰ ਬਿਹਤਰ ਲੱਗਦਾ ਹੈ ਬਸ ਉਹੀ ਦਿਨ ਆਨੰਦ ਦੇ ਲਈ ਮਿੱਥ ਕੇ ਤੇ ਉਸੇ ਦਿਨ ਆਨੰਦ ਕਾਰਜ ਕਰ ਦੇਣਾ ਹੈ। ਉਦੋਂ ਬਾਅਦ ਫਿਰ ਅਗਲੇਰੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਹਨ। ਜਦੋਂ ਦਿਨ ਮਿੱਥਿਆ ਗਿਆ ਫਿਰ ਆਪਾਂ ਕਹਿੰਦੇ ਹਾਂ ਜੀ ਹੁਣ ਦਿਨ ਮਿੱਥਿਆ ਗਿਆ, ਹੁਣ ਤੇ ਦਿਨਾਂ ਦਾ ਪਤਾ ਹੀ ਨਹੀਂ ਲੱਗਦਾ ਕਿੱਦਾਂ ਦਿਨ ਲੰਘੀ ਜਾਂਦੇ ਹਨ। ਉਦੋਂ ਬਾਅਦ ਵੀ ਬਹੁਤ ਲੋਕ ਆਉਂਦੇ ਨੇ, ਬਹੁਤ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਨੇ, ਵਹਿਮਾਂ ਵਾਲੀਆਂ ਭਰਮਾਂ ਵਾਲੀਆਂ। ਕਿਸੇ ਤਰ੍ਹਾਂ ਦੇ ਕਿਸੇ ਵਹਿਮ ਭਰਮ ਦੇ ਵਿੱਚ ਗੁਰੂ ਕੇ ਸਿੱਖ ਨੇ ਨਹੀਂ ਪੈਣਾ ਹੈ। ਬਸ ਗੁਰੂ ਕਾ ਭਰੋਸਾ ਰੱਖ ਕੇ ਤੇ ਜਿੰਨਾ ਵੀ ਹੋ ਸਕੇ ਸਧਾਰਨ ਆਪਣੇ ਕਾਰਜ ਕਰਨ ਦਾ ਯਤਨ ਕਰਨਾ ਹੈ। ਨਾ ਇਸ ਦਿਨ ਗੁਰੂ ਕੇ ਸਿੱਖ ਨੇ ਕਿਸੇ ਤਰ੍ਹਾਂ ਦੇ ਕਿਸੇ ਨਸ਼ੇ ਆਦਿਕ ਦੀ ਵਰਤੋਂ ਕਰਨੀ ਹੈ, ਕਿਉਂਕਿ ਇਹ ਵੀ ਸਾਡੇ ਸਮਾਜ ਅੰਦਰ ਬਹੁਤ ਵੱਡੀ ਕੁਰੀਤੀ ਫੈਲ ਚੁੱਕੀ ਹੈ ਜੀ। ਅਸੀਂ ਕਹਿੰਦੇ ਹਾਂ ਜਾਂ ਜਿਹੜੇ ਇਹ ਚੀਜ਼ਾਂ ਨੂੰ ਪਸੰਦ ਕਰਨ ਵਾਲੇ, ਖਾਣ ਪੀਣ ਵਾਲੇ ਹਨ, ਉਹ ਕਹਿੰਦੇ ਹਨ ਕਿ ਜੇ ਵਿਆਹ ਤੇ ਕੁਝ ਨਹੀਂ ਹੈ ਤੇ ਫਿਰ ਵਿਆਹ ਕਾਹਦਾ ਵਿਆਹ ਹੈ। ਹੁਣ ਵੇਖੋ, ਇੱਕ ਹੈ ਸੰਸਾਰ ਦਾ ਨਜ਼ਰੀਆ, ਇੱਕ ਹੈ ਸਾਡੇ ਗੁਰੂ ਦਾ ਉਪਦੇਸ਼। ਇਹ ਸਾਡੇ ਲਈ ਇੱਕ ਪਰਖ ਦੀ ਘੜੀ ਹੁੰਦੀ ਹੈ, ਕਿਉਂਕਿ ਜਿਹੜਾ ਸਾਡੇ ਜਨਮ ਦਾ ਸਮਾਂ ਹੁੰਦਾ ਹੈ ਉਦੋਂ ਤੇ ਅਸੀਂ ਜਨਮ ਲਿਆ, ਸਾਡੇ ਪਰਿਵਾਰ ਵਾਲੇ ਕੀ ਕਰ ਰਹੇ, ਕਿੱਦਾਂ ਰਸਮਾਂ ਕਰ ਰਹੇ ਸਾਨੂੰ ਨਹੀਂ ਪਤਾ ਹੈ। ਤੇ ਜਦੋਂ ਬੰਦਾ ਮਰ ਜਾਂਦਾ ਹੈ ਉਦੋਂ ਬਾਅਦ ਵੀ ਪਿੱਛੇ ਪਰਿਵਾਰ ਵੱਲੋਂ ਹੀ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ, ਉਦੋਂ ਵੀ ਅਸੀਂ ਨਹੀਂ ਕੁਝ ਦਖਲ ਅੰਦਾਜ਼ੀ ਕਰ ਸਕੇ ਕਿਉਂਕਿ ਸਾਡੀ ਤੇ ਖੇਡ ਹੀ ਖਤਮ ਹੋ ਗਈ ਹੈ। ਇਹ ਇੱਕ ਆਨੰਦ ਕਾਰਜ ਦਾ ਸਮਾਂ ਹੀ ਐਸਾ ਹੁੰਦਾ ਹੈ ਜਿੱਥੇ ਅਸੀਂ ਕੋਈ ਪਰਪੱਕਤਾ, ਕੋਈ ਦ੍ਰਿੜਤਾ ਵਿਖਾ ਸਕਦੇ ਹਾਂ, ਅਸੀਂ ਗੁਰੂ ਦੇ ਸਨਮੁਖ ਰਹਿ ਕੇ ਕਾਰਜ ਕਰ ਸਕਦੇ ਹਾਂ। ਇਹ ਫਿਰ ਸਾਡੇ ਲਈ ਇੱਕ ਪਰਖ ਦੀ ਘੜੀ ਹੁੰਦੀ ਹੈ ਕਿ ਅਸੀਂ ਗੁਰੂ ਦੇ ਸਨਮੁਖ ਹੋਣਾ ਹੈ ਕਿ ਸੰਸਾਰ ਵਾਲੇ ਪਾਸੇ ਮੂੰਹ ਕਰਨਾ ਹੈ। ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਕਹਿ ਦਿੱਤਾ, ਚੇਤੇ ਰੱਖਿਓ ਕਈ ਵਾਰ ਬੰਦਾ ਥਿੜਕ ਜਾਂਦਾ ਹੈ ਜਾਂ ਬਹੁਤ ਵਾਰੀ ਲੋਕ ਥਿੜਕ ਜਾਂਦੇ ਹਨ। ਤੇ ਮਹਾਰਾਜ ਕਹਿੰਦੇ ਫਿਰ ਹੁੰਦਾ ਕੀ ਹੈ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਦੁਨੀਆ ਨੂੰ ਖੁਸ਼ ਕਰਨ ਦੇ ਲਈ ਆਪਾਂ ਗੁਰੂ ਵਾਲੇ ਪਾਸਿਓਂ ਬੇਮੁਖ ਹੋ ਜਾਂਦੇ ਹਾਂ ਜੀ। ਸਾਡਾ ਫਲਾਣਾ ਰਿਸ਼ਤੇਦਾਰ ਨਾ ਰੁੱਸ ਜਾਏ, ਬੱਚੇ ਦੇ ਮਾਮੇ ਨਾ ਰੁੱਸ ਜਾਣ, ਬੱਚੇ ਦਾ ਫੁੱਫੜ ਨਾ ਰੁੱਸ ਜਾਏ, ਜੀਜਾ ਨਾ ਰੁੱਸ ਜਾਏ। ਉਹਨਾਂ ਨੂੰ ਖੁਸ਼ ਕਰਨ ਦੇ ਲਈ ਆਪਾਂ ਗੁਰੂ ਵਾਲੇ ਪਾਸਿਓਂ ਬੇਮੁਖ ਹੋ ਜਾਂਦੇ, ਕਦੇ ਇਹ ਨਹੀਂ ਸੋਚਦੇ ਕਿ ਗੁਰੂ ਨਾ ਰੁੱਸ ਜਾਏ। ਉੱਦਾਂ ਭਾਵੇਂ ਜਿੰਨਾ ਮਰਜ਼ੀ ਕਹਿ ਦਈਏ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਤੇ ਜੱਗ ਭਾਵੇਂ ਸਾਰਾ ਰੁੱਸ ਜੇ, ਪਰ ਜਿੱਦਣ ਪਰਖ ਦੀ ਗੱਲ ਹੁੰਦੀ ਉਦਣ ਆਪਾਂ ਗੁਰੂ ਵਾਲੇ ਪਾਸੇ ਤੇ ਸੋਚਦੇ ਹੀ ਨਹੀਂ ਆ ਕਿ ਗੁਰੂ ਨਾ ਰੁੱਸ ਜਾਏ, ਗੁਰੂ ਨਾ ਰੁੱਸ ਜਾਏ। ਉਦਣ ਤੇ ਆਪਾਂ ਸੰਸਾਰ ਨੂੰ ਖੁਸ਼ ਕਰਨ ਵਾਲੇ ਪਾਸੇ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਸੱਜਣਾਂ ਨੂੰ ਖੁਸ਼ ਕਰਨ ਵਾਲੇ ਪਾਸੇ ਲੱਗ ਜਾਂਦੇ, ਗੁਰੂ ਦਾ ਤੇ ਚੇਤਾ ਹੀ ਭੁੱਲ ਜਾਂਦਾ ਹੈ।
दीन गवाया दुनी स्यों दुनी न चाली साथ, पाए कुहाड़ा मारिया गाफल अपने हाथ। फिर महाराज कहते हुंदा की आ, ये गाफल ये अज्ञानी अपने पैरों ते आपे ही कुहाड़ा मार बैठा है। सो इस चीज़ का जरूर ध्यान रखना। महाराज कहते जित पीतै मत दूर होए, बरल पवै विच आए, अपना पराया ना पछाणई, खसमों धक्के खाए। जित पीतै खसम विसरै, दरगाह मिलै सजाए, झूठा मद मूल ना पीचई, जेका पार वसाए। जिन्हों पीण दे नाल बंदे नूं होश ही कोई नहीं रहिंदी है। पहला आपां जिन्हां रिश्तेदारां नूं खुश करन दे लई खाण पियाण वाला प्रबंध कर लैंदे आ, ਉਹੀ ਭਰੇ ਵਿਆਹ ਦੇ ਵਿੱਚ ਪੀ ਕੇ ਖਾ ਕੇ ਤੇ ਫਿਰ ਸਾਰਿਆਂ ਦੇ ਲਈ ਮੁਸੀਬਤ ਖੜੀ ਕਰ ਦਿੰਦੇ ਹਨ। ਸਾਰੇ ਦੇ ਸਾਰੇ ਵਿਆਹ ਦੇ ਰੰਗ ਦੇ ਵਿੱਚ ਭੰਗ ਵੀ ਫਿਰ ਉਹੀ ਪਾ ਦਿੰਦੇ ਹਨ। ਉਹ ਖਾ ਪੀ ਕੇ ਵੀ ਉਹੀ ਕੁਝ ਕਰਦੇ ਹਨ ਜਿਹਦਾ ਸਾਨੂੰ ਪਹਿਲਾਂ ਡਰ ਹੁੰਦਾ ਹੈ। ਇਹਦੇ ਨਾਲੋਂ ਚੰਗਾ ਫਿਰ ਗੁਰੂ ਵਾਲੇ ਪਾਸੇ ਤੇ ਸਨਮੁਖ ਰਹੀਏ। ਕੀ ਲੋੜ ਹੈ ਇੱਦਾਂ ਦੇ ਲੋਕਾਂ ਨੂੰ ਖੁਸ਼ ਕਰਨ ਪਿੱਛੇ ਗੁਰੂ ਤੋਂ ਬੇਮੁਖ ਹੋਣ ਦੀ। ਖੈਰ ਇਸ ਚੀਜ਼ ਦਾ भी ध्यान रखना और यतन करना चाहिए जिन्ना भी हो सकता गुरु की भै भावनी च रह के कारज करिए। उदों बाद हुण विआह दा दिन आ गया। लड़की लड़का सतगुरु सच्चे पातशाह जी की हजूरी दे विच पहुँचे। अज कल की हुंदा है, क्योंकि साडे बहुते विआह आपां पैलस बुक कीते हुंदे हन, होटलों च विआह हुंदे हन। आनंद कारज च बहुत सीमित लोग शामिल होंदे हन। जे आपां पिछलियां समयां दे विआह वेखे हन, किधरे भी असी विआह च जांदे सां जां साडे वड्डे वडेरे ते आनंद कारज दे विच ओ जरूर शामिल हुंदे सन कि आनंद कारज दी खातर ते जाना है। ते जे आनंद कारज ही साडे पहुंचण तो पहिलां हो गए ते फिर काहदा विआह वेख्या है। पर अज गल बदल चुकी है। की हुंदा है, विआहां दे साडे फंक्शन होटलों च मैरिज पैलसां च हुंदे हन। आनंद कारज समय गुरु के दरबार च बहुत घट लोग पहुँचते हैं। लड़की लड़का उन्हां दे माता पिता पहुँच गए, दो चार दोवां पासियां दे रिश्तेदार होर इत्थे आ गए। इदों वध बाकी सारे ਜਿਹੜੇ नौजवान लड़के लड़कियां बच्चे बच्चियां हुंदे हन ਉਹ ਤੇ पैलसां च ही नचदे टपदे रहिंदे हन। ते ਉਹਦੇ ਨਾਲ ਹੁੰਦਾ ਕੀ ਹੈ, आनंद कारज ਉਹ ਵਹਿੰਦੇ ਹੀ नहीं ਹਨ कि आनंद कारज ਹੁੰਦੇ ਕਿੱਦਾਂ ਹਨ। ਤੇ ਜਿੱਦਣ ਫਿਰ ਉਹਨਾਂ ਦੇ आनंद कारज ਦਾ ਦਿਨ ਹੁੰਦਾ ਹੈ, ਜੇ ਤੇ ਆਪਣੇ ਕਿਸੇ ਵੱਡੇ ਭੈਣ ਭਰਾ ਤਾਏ ਚਾਚੇ ਦੇ ਪੁੱਤਰ ਧੀ ਦੇ ਵਿਆਹ ਤੇ आनंद कारज ਤੇ ਉਹ ਗੁਰੂ ਦਰਬਾਰ 'ਚ ਆਏ ਹੁੰਦੇ, ਉਹਨਾਂ ਨੇ ਵੇਖਿਆ ਹੁੰਦਾ ਕਿ ਕਿੱਦਾਂ ਕਾਰਜ ਹੁੰਦੇ ਨੇ, ਫਿਰ ਤੇ ਆਪਣੇ ਵਿਆਹ ਤੇ ਵੀ ਉਸੇ ਤਰ੍ਹਾਂ ਕਿਉਂਕਿ ਦੇਖਿਆ ਹੈ ਕਾਰਜ ਕਰ ਲੈਂਦੇ। पर अज साडे सिखां दे बच्चे, क्योंकि असी ते आनंद कारज साडा ते रोज़ दा काम है, आनंद कारज करवाते हैं ते टीवी ते बच्चे वेंदे हन। ते जदों इत्थे आउंदे ने फिर लड़के नूं ये भी पता नहीं हुंदा कि मैं अगे चलना कि मैं पिछे चलना है, क्योंकि टीवी ते आपां वेंदे जो ड्रामेबाजी करते हैं उही कुछ बच्चे सोचते शायद ये गुरु घर विखे भी आनंद कारज इदां ही हुंदे होण। इस करके ये भी जरूरी है जे आपां किसी आनंद कारज विआह कारज च शामिल होंदे हाँ ते जे जदों आनंद कारज होंदे ने ते उत्थे असीं अपने बच्चिआं नूं लैके जरूर पहुँचीए ताकि वो वेखण कल नूं उन्हां ते भी ये समा आउणा है, उन्हां नूं पता होवे कि गुरु घर विखे किद्दां ये सारे दे सारे कारज कीते जांदे ने, कदों बच्चिआं ने उठना है, कदों बच्चिआं ने चलना, फेरे लैणे हन, कदों बाहर आके फिर बैठना वेखण, ताकि जिदन उन्हां दे कारज होण ते कोई घबराहट ना होवे, कोई किसी तरह की हड़बड़ाहट ना होवे। लड़की लड़का सतगुरु सच्चे पातशाह जी की हजूरी च जदों हाज़र हुंदे हन ते गुरु घर दे कीर्तनीए सज चुके हुंदे ने, संगत जुड़दी है और शब्द कीर्तन चल रहा हुंदा है। सब तो पहला फिर जदों आपां आनंद कारज की शुरुआत करते हैं ते गुरु घर दे कीर्तनीए सतगुरां दा पावन शब्द पढ़ते हैं। कीता लोड़ीआ काम सो हर पै आखी है, कारज दे सवार सतगुर सच साखी है। ये अरदास दा शब्द है जिहदे राहीं अरदास कीती जाती है कि महाराज ये किरपा करो, ये जिहड़ा साडा कारज है आप रहमत करके सहाई होके सवारो सफल करो।
ਇਹ ਸ਼ਬਦ ਜਦੋਂ ਰਾਗੀ ਸਿੰਘ ਪੜ੍ਹਦੇ ਹਨ, ਇਹ ਸ਼ਬਦ ਪੜ੍ਹਨ ਤੋਂ ਬਾਅਦ ਫਿਰ ਇੱਕ ਛੋਟੀ ਅਰਦਾਸ ਹੁੰਦੀ ਹੈ, ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ। ਇਸ ਅਰਦਾਸ ਦੇ ਵਿੱਚ ਕੇਵਲ ਲੜਕੀ ਲੜਕਾ ਤੇ ਦੋਵਾਂ ਦੇ ਮਾਤਾ ਪਿਤਾ ਉਹ ਸ਼ਾਮਲ ਹੁੰਦੇ ਹਨ, ਉਹ ਖੜੇ ਹੁੰਦੇ ਹਨ, ਬਾਕੀ ਸੰਗਤ ਬੈਠੀ ਰਹਿੰਦੀ ਹੈ। ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ 'ਚ ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਆਗਿਆ ਲੈਂਦੇ ਹਾਂ। ਉਹ ਅਰਦਾਸ ਤੋਂ ਬਾਅਦ ਫਿਰ ਭਾਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਮੁੱਖ ਵਾਕ ਲੈਂਦੇ ਹਨ, ਹੁਕਮਨਾਮਾ ਸਾਹਿਬ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਬੱਚਿਆਂ ਦੀ ਝੋਲੀ 'ਚ ਪੈਂਦਾ ਹੈ, ਸਾਡੀ ਝੋਲੀ ਪੈਂਦਾ ਹੈ। ਉਦੋਂ ਬਾਅਦ ਫਿਰ ਲੜਕੀ ਦਾ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਂਦਾ ਹੈ। ਨਾਲ ਦੀ ਨਾਲ ਹਾਲਾਂਕਿ ਉਹ ਜਿਹੜਾ ਸ਼ਬਦ ਹੈ ਪੱਲੇ ਤੈਂਡੇ ਲਾਗੀ, ਉਹ ਇੱਕ ਅਧਿਆਤਮਕ ਅਵਸਥਾ ਦਾ ਸ਼ਬਦ ਹੈ, ਪਰ ਜੋ ਇੱਕ ਰੀਤ ਚੱਲਦੀ ਆ ਉਹਦੇ ਮੁਤਾਬਕ ਫਿਰ ਰਾਗੀ ਸਿੰਘ ਉਹ ਸ਼ਬਦ ਦਾ ਕੀਰਤਨ ਵੀ ਕਰਦੇ ਹਨ, ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂਡਾ ਲਾਗੀ। ਹਾਲਾਂਕਿ ਉਹ ਰੱਬ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ, ਪਰ ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਸਤਿਗੁਰੂ ਦਾ ਯਤਨ ਇਹ ਹੈ ਕਿ ਅਸੀਂ ਸੰਸਾਰ 'ਚ ਰਹਿੰਦਿਆਂ ਪਰਿਵਾਰ 'ਚ ਰਹਿੰਦਿਆਂ ਨਿਰੰਕਾਰ ਤੱਕ ਪਹੁੰਚ ਜਾਈਏ। ਹੁਣ ਬੱਚੀ ਨੂੰ ਪੱਲਾ ਪਕੜਾ ਦਿੱਤਾ ਗਿਆ, ਉਹਦੇ ਪਿਤਾ ਵੱਲੋਂ ਲੜਕੇ ਦਾ ਪੱਲਾ ਲੜਕੀ ਨੂੰ ਪਕੜਾ ਦਿੱਤਾ ਗਿਆ। ਫਿਰ ਆਨੰਦ ਕਾਰਜ ਦੇ ਸੰਬੰਧੀ ਕੁਝ ਜਾਣਕਾਰੀ ਦਿੱਤੀ ਜਾਂਦੀ ਹੈ ਲੜਕੀ ਲੜਕੇ ਨੂੰ, ਤੇ ਸਮੁੱਚੇ ਰੂਪ ਦੇ ਵਿੱਚ ਸੰਗਤ ਨੂੰ ਵੀ ਕੁਝ ਬੇਨਤੀਆਂ ਉੱਥੇ ਆਪਾਂ ਕਰਦੇ ਹਾਂ। ਉੱਥੇ ਲੜਕੀ ਲੜਕੇ ਨੂੰ ਗ੍ਰਸਥ ਜੀਵਨ ਦੇ ਜਿਹੜੇ ਜ਼ਰੂਰੀ ਉਹਨਾਂ ਦੇ ਫਰਜ਼ ਹਨ ਉਹ ਵੀ ਸਮਝਾਏ ਜਾਂਦੇ ਨੇ। ਅੱਜ ਆਪਾਂ ਉਹਦੀ ਵਿਚਾਰ ਬਹੁਤੀ ਨਹੀਂ ਕਰਨੀ, ਕੱਲ੍ਹ ਇੱਥੋਂ ਆਪਾਂ ਵਿਚਾਰ ਦੀ ਲੜੀ ਅੱਗੇ ਜੋੜਾਂਗੇ। ਜੋ ਲੜਕੀ ਤੇ ਲੜਕੇ ਦੇ ਪ੍ਰਤੀ ਗ੍ਰਸਥ ਜੀਵਨ ਦੇ ਜ਼ਰੂਰੀ ਫਰਜ਼ ਸਾਡੀ ਮਰਿਆਦਾ ਕਹਿੰਦੀ ਹੈ ਉਹ ਕੀ ਹੈ, ਉਹ ਆਪਾਂ ਹੁਣ ਅੱਗੇ ਕੱਲ੍ਹ ਵਿਚਾਰਾਂਗੇ। ਅੱਜ ਪਹਿਲੀ ਲਾਮ ਜਦੋਂ ਆਨੰਦ ਕਾਰਜ ਆਰੰਭ ਹੁੰਦੇ ਨੇ, ਪਹਿਲੀ ਲਾਮ ਆਪਾਂ ਪੜ੍ਹਦੇ ਹਾਂ, ਤੇ ਉਹ ਪਹਿਲੀ ਲਾਮ ਦੇ ਵਿੱਚ ਜੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਸਾਡੀ ਝੋਲੀ ਪਾਇਆ ਹੈ, ਆਓ ਉਹਦੀ ਵਿਚਾਰ ਦੀ ਸਾਂਝ ਪਾਈਏ। ਮਹਾਰਾਜ ਕਹਿੰਦੇ ਸੂਹੀ ਮਹਿਲਾ ਚੌਥਾ, ਸੂਹੀ ਰਾਗ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ੰਤ ਹੈ, ਇਹ ਸ਼ਬਦ ਹੈ। ਕੱਲ੍ਹ ਵੀ ਆਪ ਜੀ ਦੇ ਨਾਲ ਇਹ ਵਿਚਾਰ ਕੀਤੀ ਸੀ ਕਿ ਇਹਦੇ ਸਰਲੇਖ ਤੇ ਲਾਵਾਂ ਨਹੀਂ ਆਉਂਦਾ ਹੈ, ਇਸ ਬਾਣੀ ਦੇ ਸਰਲੇਖ ਤੇ ਲਾਵਾਂ ਸ਼ਬਦ ਨਹੀਂ ਹੈ, ਪਰ ਸ਼ਬਦ ਦੇ ਵਿੱਚ ਪਹਿਲੜੀ ਲਾਮ ਦੂਜਰੀ ਲਾਮ ਇੱਦਾਂ 8 ਵਾਰ ਇਹ ਲਾਮ ਸ਼ਬਦ ਆਇਆ ਹੈ, ਹਰੇਕ ਲਾਮ ਦੀ ਸ਼ੁਰੂਆਤ ਤੇ ਲਾਮ ਦੇ ਖਤਮ ਹੋਣ ਤੇ ਇਸ ਬਾਣੀ ਦਾ ਇਸ ਸ਼ਬਦ ਦਾ ਇਹ ਪੰਥਕ ਇੱਕ ਸਰਲੇਖ ਹੈ ਲਾਵਾਂ। ਗੁਰੂ ਰਾਮਦਾਸ ਸਾਹਿਬ ਕਹਿੰਦੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਮੈਂ ਸਦਕੇ ਜਾਂਦਾ ਹਾਂ ਉਸ ਮਾਲਕ ਤੋਂ ਨਿਰੰਕਾਰ ਤੋਂ ਜਿਹਦੀ ਰਹਿਮਤ ਸਦਕਾ ਸਾਨੂੰ ਪ੍ਰਵਿਰਤੀ ਇੱਕ ਹੈ, ਨਿਰਵਿਰਤੀ ਘਰ ਪਰਿਵਾਰ ਦੇ ਤਿਆਗੀ ਹੋ ਕੇ ਵਿਚਰਨਾ, ਇੱਕ ਹੈ ਪ੍ਰਵਿਰਤੀ ਜੀਵਨ ਘਰ ਪਰਿਵਾਰ ਗ੍ਰਸਥ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ। ਮਹਾਰਾਜ ਕਹਿੰਦੇ ਉਸ ਮਾਲਕ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਹਨੇ ਰਹਿਮਤ ਕਰਕੇ ਸਾਨੂੰ ਪ੍ਰਵਿਰਤੀ ਜੀਵਨ ਤੇ ਪ੍ਰਵਿਰਤੀ ਕਰਮ ਜੀਵਨ ਦੇ ਅੰਦਰ ਦ੍ਰਿੜ ਕਰਵਾਇਆ ਹੈ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ। ਸਿੱਖ ਦੇ ਲਈ ਸਭ ਤੋਂ ਉੱਤਮ ਹੈ ਗੁਰੂ ਕੀ ਬਾਣੀ ਤੇ ਗੁਰ ਜੈਸਾ ਨਾਹੀ ਕੋ ਦੇਵ। ਜਪਜੀ ਸਾਹਿਬ ਚ ਮਹਾਰਾਜ ਕਹਿੰਦੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਸਿੱਖ ਦੇ ਲਈ ਗੁਰੂ ਹੀ ਈਸ਼ਰ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਪਾਰਬਤੀ ਮਾਈ ਹੈ। ਭਾਵ ਸਿੱਖ ਗੁਰੂ ਤੋਂ ਬਿਨਾਂ ਹੋਰ ਕਿਸੇ ਦੂਜੇ ਦੀ ਮੁਤਾਜੀ ਮਨ 'ਚ ਨਹੀਂ ਰੱਖਦਾ, ਤੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਰਾ ਕੁਝ ਹੈ। ਮਹਾਰਾਜ ਕਹਿੰਦੇ ਇਸ ਬਾਣੀ ਨੂੰ ਜੀਵਨ ਦੇ ਅੰਦਰ ਦ੍ਰਿੜ ਕਰਨਾ ਹੈ। ਫਿਰ ਕੀ ਹੋਵੇਗਾ ਜਦੋਂ ਗੁਰੂ ਕੀ ਬਾਣੀ ਨੂੰ ਜੀਵਨ ਦੇ ਅੰਦਰ ਦ੍ਰਿੜ ਕਰਾਂਗੇ, ਜੀਵਨ 'ਚੋਂ ਪਾਪ ਖਤਮ ਹੋਣਗੇ। ਜਿਵੇਂ ਜਿਵੇਂ ਧੀ ਬੱਚੀ ਜਿਹੜੇ ਬੈਠੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ, ਖਾਸ ਤੌਰ ਤੇ ਉਹਨਾਂ ਦੇ ਲਈ ਉਪਦੇਸ਼ ਕਿ ਤੁਸੀਂ ਗੁਰੂ ਕੀ ਬਾਣੀ ਨੂੰ ਜੀਵਨ 'ਚ ਦ੍ਰਿੜ ਕਰੋ ਤਾਂ ਕਿ ਤੁਹਾਡਾ ਗ੍ਰਸਤੀ ਜੀਵਨ ਸੁੱਖ ਆਨੰਦ ਭਰਿਆ ਜੀਵਨ ਹੋਵੇ, ਕਿਸੇ ਤਰ੍ਹਾਂ ਦੇ ਪਾਪਾਂ ਗੁਨਾਹਾਂ ਵਾਲਾ ਕੋਈ ਜੀਵਨ ਨਾ ਹੋਵੇ। ਫਿਰ ਅੱਗੇ ਮਹਾਰਾਜ ਕਹਿੰਦੇ ਧਰਮ ਦਿਰੜੋ
हर नाम ध्यावो सिमरत नाम दिरड़ाया। धर्म का मतलब है फर्ज। ਜਿਹੜੇ ਸਾਡੇ ਗ੍ਰਸਥ ਜੀਵਨ ਦੇ ਫਰਜ਼ ਹਨ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਆਪਣੇ ਜੀਵਨ ਅੰਦਰ ਦ੍ਰਿੜ ਕਰਨਾ ਹੈ। ਲੜਕੀ ਦੇ ਆਪਣੇ ਫਰਜ਼ ਨੇ, ਲੜਕੇ ਦੇ ਆਪਣੇ ਫਰਜ਼ ਨੇ, ਲੜਕੇ ਦੇ ਮਾਤਾ ਪਿਤਾ ਪ੍ਰਤੀ ਫਰਜ਼ ਹਨ ਔਰ ਲੜਕੀ ਦੇ ਮਾਤਾ ਪਿਤਾ ਪ੍ਰਤੀ ਜਿਹੜੇ ਫਰਜ਼ ਹਨ, ਹਰ ਇੱਕ ਨੇ ਆਪਣੇ ਆਪਣੇ ਫਰਜ਼ਾਂ ਦੇ ਪ੍ਰਤੀ, ਜ਼ਿੰਮੇਵਾਰੀਆਂ ਦੇ ਪ੍ਰਤੀ ਪਰਪੱਕ ਹੋਣਾ ਤੇ ਈਮਾਨ ਦੇ ਨਾਲ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਈਮਾਨ ਦੇ ਨਾਲ ਜ਼ਿੰਮੇਵਾਰੀਆਂ, ਕਿਉਂਕਿ ਠੀਕ ਹੈ ਆਨੰਦ ਕਾਰਜ ਮਹਾਰਾਜ ਕਹਿੰਦੇ ਹੋਇਆ ਸਰੀਰ ਕਰਕੇ ਤੇ ਠੀਕ ਹੈ ਤੁਸੀਂ ਦੋ ਹੋ, ਪਰ ਰੂਹ ਕਰਕੇ ਆਤਮਾ ਕਰਕੇ ਹੁਣ ਤੁਸੀਂ ਇੱਕ ਹੋ। ਤੇ ਜੇ ਤੁਸੀਂ ਆਤਮਾ ਕਰਕੇ ਇੱਕ ਹੋ ਤੇ ਭਾਵੇਂ ਲੜਕੀ ਦੇ ਮਾਤਾ ਪਿਤਾ ਹਨ ਭਾਵੇਂ ਲੜਕੇ ਦੇ ਮਾਤਾ ਪਿਤਾ, ਦੋਵੇਂ ਤੁਹਾਡੇ ਲਈ ਬਰਾਬਰ ਹਨ, ਦੋਵੇਂ ਬਰਾਬਰ ਹਨ। ਸਤਿਗੁਰੂ ਬਾਣੀ 'ਚ ਇਹ ਵੀ ਕਹਿੰਦੇ ਨੇ ਕਿ ਧਨ ਫਿਰ ਇਹ ਨਾ ਆਖੀਆਂ ਬੈਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਆ ਸੋਏ। ਮਹਾਰਾਜ ਕਹਿੰਦੇ ਫਰਜ਼ਾਂ ਨੂੰ ਜੀਵਨ 'ਚ ਦ੍ਰਿੜ ਕਰਨਾ ਹੈ, ਪਰਮਾਤਮਾ ਦਾ ਨਾਮ ਧਿਆਉਣਾ ਹੈ, ਜਿਹੜੇ ਨਾਮ ਦਾ ਉਪਦੇਸ਼ ਗੁਰੂ ਨੇ ਬਖਸ਼ਿਆ ਹੈ। ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਕਿਵੇਂ ਅਸੀਂ ਆਪਣੇ ਜੀਵਨ 'ਚੋਂ ਪਾਪ ਅਵਗੁਣ ਗਵਾ ਸਕਦੇ ਹਾਂ, ਖਤਮ ਕਰ ਸਕਦੇ ਹਾਂ? ਜਦੋਂ ਆਪਾਂ ਗੁਰੂ ਨੂੰ ਆਰਾਧਾਂਗੇ। ਤੇ ਗੁਰੂ ਨੂੰ ਆਰਾਧਨ ਦਾ ਭਾਵ ਹੈ ਕਿ ਜੋ ਉਪਦੇਸ਼ ਗੁਰੂ ਨੇ ਬਖਸ਼ੇ ਨੇ ਉਹਨਾਂ ਉਪਦੇਸ਼ਾਂ ਨੂੰ ਜਦੋਂ ਪੱਲੇ ਬੰਨਾਂਗੇ, ਉਹਨਾਂ ਉਪਦੇਸ਼ਾਂ ਨੂੰ। ਠੀਕ ਹੈ, ਵਿਆਹ ਵਾਲੇ ਦਿਨ ਲੜਕੇ ਦਾ ਪੱਲਾ ਲੜਕੀ ਨੇ ਪਕੜ ਲਿਆ ਔਰ ਦੋਵਾਂ ਦਾ ਆਪਸ ਦੇ ਵਿੱਚ ਸੰਬੰਧ ਬਣ ਗਿਆ, ਪਰ ਕਿਉਂਕਿ ਇਹ ਸਾਰੇ ਦਾ ਸਾਰਾ ਕਾਰਜ ਗੁਰੂ ਕੀ ਹਜ਼ੂਰੀ ਦੇ ਵਿੱਚ ਹੁੰਦਾ ਹੈ, ਗੁਰੂ ਕੀ ਰਹਿਨਮਾਈ ਦੇ ਵਿੱਚ ਹੁੰਦਾ ਹੈ, ਤੇ ਸਾਡਾ ਉਸ ਦਿਨ ਗੁਰੂ ਨਾਲ ਵੀ ਇੱਕ ਸੰਬੰਧ ਬਣਦਾ ਹੈ ਜਦੋਂ ਆਪਾਂ ਗੁਰੂ ਦੀ ਹਜ਼ੂਰੀ 'ਚ ਪ੍ਰਣ ਕਰਦੇ ਹਾਂ। ਤੇ ਜੋ ਫਿਰ ਗੁਰੂ ਸਾਨੂੰ ਉਪਦੇਸ਼ ਬਖਸ਼ਦੇ ਨੇ ਉਹਨਾਂ ਨੂੰ ਜੀਵਨ ਅੰਦਰ ਪੂਰੀ ਤਰ੍ਹਾਂ ਈਮਾਨ ਦੇ ਨਾਲ ਨਿਭਾਉਣਾ ਹੈ। ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਤੇ ਫਿਰ ਮਹਾਰਾਜ ਕਹਿੰਦੇ ਕੀ ਹੋਏਗਾ ਜਦੋਂ ਆਪਾਂ ਗੁਰੂ ਦੇ ਉਪਦੇਸ਼ ਨੂੰ ਜੀਵਨ 'ਚ ਦ੍ਰਿੜ ਕਰਾਂਗੇ? ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ। ਜੀਵਨ 'ਚ ਸਹਿਜ ਆਵੇਗਾ, ਜੀਵਨ 'ਚ ਆਨੰਦ ਆਵੇਗਾ। ਅਸੀਂ ਵੱਡਿਆਂ ਭਾਗਾਂ ਵਾਲੇ ਬਣ ਜਾਵਾਂਗੇ ਜਦੋਂ ਮਾਲਕ ਦੇ ਨਾਮ ਨੂੰ ਧਿਆਵਾਂਗੇ, ਗੁਰੂ ਦਾ ਉਪਦੇਸ਼ ਪੱਲੇ ਬੰਨ੍ਹ ਕੇ। ਤੇ ਪਾਤਸ਼ਾਹ ਕਹਿੰਦੇ ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਇਹ ਪਹਿਲੀ ਲਾਮ, ਇਹ ਤੇ ਅਜੇ ਆਰੰਭਤਾ ਦੀ ਗੱਲ ਹੈ। ਇੱਥੋਂ ਸਾਡੇ ਜੀਵਨ ਦੇ ਕਾਰਜ ਜਿਹੜੇ ਗ੍ਰਸਥ ਜੀਵਨ ਦੇ ਕਾਰਜ ਹਨ ਉਹਨਾਂ ਦੀ ਬਸ ਇੱਕ ਸ਼ੁਰੂਆਤ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਵਿਆਹ ਵਾਲਾ ਦਿਨ ਤੇ ਕੇਵਲ ਇੱਕ ਹੈ, ਉਦੋਂ ਬਾਅਦ ਅੱਗੇ ਸਾਰਾ ਨਿਰਬਾਹ ਦੇ ਲਈ ਜੀਵਨ ਹੈ। ਸੋ ਇੱਥੋਂ ਜਿਹੜੇ ਉਪਦੇਸ਼ ਆਰੰਭ ਕਾਰ 'ਚੋਂ ਆਪਾਂ ਸਿੱਖਣੇ ਨੇ ਉਹ ਅੱਗੇ ਜੀਵਨ ਦੇ ਨਿਰਬਾਹ ਸਮੇਂ ਹਮੇਸ਼ਾ ਚੇਤੇ ਰੱਖਣੇ ਨੇ। ਆਪਣੇ ਫਰਜ਼ਾਂ ਨੂੰ, ਆਪਣੀ ਜ਼ਿੰਮੇਵਾਰੀਆਂ ਨੂੰ ਇਮਾਨ ਸਹਿਤ ਨਿਭਾਉਣਾ ਹੈ। ਤੇ ਭਾਵੇਂ ਵਰ ਹੈ ਤੇ ਭਾਵੇਂ ਕੰਨਿਆ ਹੈ, ਲੜਕਾ ਹੈ ਜਾਂ ਲੜਕੀ ਹੈ, ਜੇ ਤੇ ਵੇਖੋ ਦੋਵਾਂ ਦੇ ਜੀਵਨ ਅੰਦਰ ਈਮਾਨ ਹੈ, ਆਪਣੇ ਆਪਣੇ ਫਰਜ਼ਾਂ ਨੂੰ ਈਮਾਨ ਸਹਿਤ ਉਹ ਨਿਭਾਉਂਦੇ ਨੇ। ਗੁਰੂ ਦੀ ਭੈ ਭਾਵਨੀ ਰੱਖ ਕੇ ਵੱਡਿਆਂ ਦਾ ਅਦਬ ਸਤਿਕਾਰ ਕਰਦਿਆਂ, ਤੇ ਫਿਰ ਉਹਨਾਂ ਦਾ ਗ੍ਰਸਥ ਜੀਵਨ ਵਾਕਿਆ ਹੀ ਆਨੰਦ ਭਰਪੂਰ ਬਣਦਾ, ਉਹਨਾਂ ਦੇ ਲਈ ਵੀ ਤੇ ਬਾਕੀ ਪਰਿਵਾਰ ਦੇ ਲਈ ਵੀ। ਤੇ ਜੇ ਦੋਵਾਂ 'ਚੋਂ ਇੱਕ ਵੀ ਆਪਣੇ ਫਰਜ਼ਾਂ ਨੂੰ ਈਮਾਨ ਦੇ ਨਾਲ ਨਾ ਨਿਭਾਵੇ ਤੇ ਉਹਨਾਂ ਦੋਵਾਂ ਦਾ ਜੀਵਨ ਤੇ ਦੁੱਖ ਤੇ ਕਲੇਸ਼ ਦੇ ਨਾਲ ਭਰਦਾ ਹੀ ਭਰਦਾ ਹੈ, ਬਲਕਿ ਦੋਵਾਂ ਪਰਿਵਾਰਾਂ ਦੇ ਜੀਵਨ ਅੰਦਰ ਵੀ ਦੁੱਖ ਤੇ ਕਲੇਸ਼ ਬਣ ਜਾਂਦੇ ਹਨ। ਇਸ ਕਰਕੇ ਬਹੁਤ ਜ਼ਰੂਰੀ ਹੈ ਸਾਡੇ ਘਰਾਂ 'ਚ, ਸਾਡੇ ਪਰਿਵਾਰਾਂ 'ਚ ਦੁੱਖ ਕਲੇਸ਼ ਝਗੜੇ ਬਖੇੜੇ ਨਾ ਹੋਣ। ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜਾ ਪ੍ਰਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਕਰਦੇ ਹਾਂ, ਜੋ ਉਪਦੇਸ਼ ਸੰਦੇਸ਼ ਸਤਿਗੁਰਾਂ ਤੋਂ ਲੈ ਕੇ ਆਪਣੇ ਗ੍ਰਸਥ ਜੀਵਨ ਦੀ ਆਰੰਭਤਾ ਕਰਦੇ ਹਾਂ, ਉਸ ਸੰਦੇਸ਼ ਉਪਦੇਸ਼ ਨੂੰ ਹਮੇਸ਼ਾ ਚੇਤੇ ਰੱਖਦੇ ਹੋਏ ਗੁਰੂ ਕੇ ਬਚਨਾਂ ਨੂੰ ਜੀਵਨ ਦਾ ਆਧਾਰ ਤੇ ਸ਼ਿੰਗਾਰ ਬਣਾ ਕੇ ਜੀਵਨ ਬਤੀਤ ਕਰੀਏ। ਫਿਰ ਇਹ ਆਨੰਦ ਕਾਰਜ ਵਾਕਿਆ ਹੀ
ਸਾਡੇ ਜੀਵਨ ਦੇ ਲਈ ਇੱਕ ਆਨੰਦ ਦਾ ਕਾਰਜ ਬਣਦਾ ਹੈ ਤੇ ਜੀਵਨ ਆਨੰਦ ਭਰਪੂਰ ਬਣਦਾ ਹੈ। ਸੋ ਸਤਿਗੁਰੂ ਮਿਹਰ ਕਰਨ, ਗੁਰੂ ਕੇ ਇਹ ਉਪਦੇਸ਼ ਸਾਡੇ ਹਿਰਦੇ 'ਚ ਵਸਣ। ਅਗਲੇਰੀਆਂ ਵਿਚਾਰਾਂ ਅਗਲੇਰੇ ਦੀਵਾਨਾਂ 'ਚ ਆਪਾਂ ਸਾਂਝੀਆਂ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।